ਸਿੰਘਾਂ ਪਾਸੋਂ ਗੁਰੂ ਸਾਹਿਬ ਦੀ ਉਸਤਤ ਦੇ ਵਿੱਚ ਜੋ ਇਤਿਹਾਸ ਪੇਸ਼ ਕੀਤਾ ਜਾ ਰਿਹਾ ਸੀਗਾ, ਗੁਰਬਾਣੀ ਗੁਰੂ ਦੀ ਉਸਤਤ ਦੇ ਵਿੱਚ ਜੋ ਇਤਿਹਾਸ ਪੇਸ਼ ਕੀਤਾ ਜਾ ਰਿਹਾ ਸੀ, ਆਪ ਸਰਵਣ ਕਰ ਰਹੇ ਸੀ। ਜੋ ਅੱਜ ਆਪਾਂ ਵਿਚਾਰ ਕਰਨੀ ਹੈ ਉਹ ਜਿਵੇਂ ਆਪਾਂ ਇਤਿਹਾਸ ਦੀਆਂ ਸਾਡੀਆਂ ਕਥਾਵਾਂ ਜਿਨ੍ਹਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜੰਗਾਂ ਯੁੱਧਾਂ ਦੁਆਰਾ ਸਮਾਜ ਦੇ ਵਿੱਚੋਂ ਸੰਸਾਰ ਦੇ ਵਿੱਚੋਂ ਕੂੜ ਦਾ ਰਾਜ ਖਤਮ ਕੀਤਾ, ਇਸੇ ਤਰ੍ਹਾਂ ਜੋ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਜਿੰਨੀ ਦੇਰ ਤੱਕ ਜਿਹੜਾ ਸਾਡਾ ਮਨ ਹੈ ਇਹ ਅੰਦਰੋਂ ਸ਼ਬਦ ਦੁਆਰਾ ਯੁੱਧ ਕਰਕੇ ਪੰਜਾਂ ਦੂਤਾਂ ਤੋਂ ਨਿਰਲੇਪ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਸਾਨੂੰ ਸੂਰਮੇ ਹੋਣ ਦਾ ਖਿਤਾਬ ਨਹੀਂ ਦਿੱਤਾ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸੰਸਾਰ ਦੇ ਵਿੱਚ ਆ ਕੇ ਪ੍ਰਚਾਰ ਆਰੰਭਿਆ, ਉਸ ਵਕਤ ਸੰਸਾਰ ਦੇ ਵਿੱਚ ਆਕਾਰਾਂ ਦੀ, ਰੁੱਖਾਂ ਦੀ, ਬਿਰਖਾਂ ਦੀ ਜ਼ਿਆਦਾਤਰ ਪੂਜਾ ਕੀਤੀ ਜਾਂਦੀ ਸੀਗੀ। ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਆ ਕੇ ਨਿਰਾਕਾਰ ਦੀ ਪੂਜਾ ਦਾ ਭੇਤ ਦਿੱਤਾ, ਉਸ ਨਿਰਾਕਾਰ ਦੀ ਪੂਜਾ ਦਾ ਸਾਨੂੰ ਭੇਤ ਦਿੱਤਾ ਹੈ ਜਿਸ ਦੇ ਵਿੱਚੋਂ ਹਰ ਤਰ੍ਹਾਂ ਦੀ ਆਕਾਰ ਨੇ ਜਨਮ ਲਿਆ ਹੈ, ਧਰਤੀਆਂ, ਖੰਡਾਂ, ਬ੍ਰਹਿਮੰਡਾਂ ਨੇ ਜਨਮ ਲਿਆ ਹੈ। ਮਹਾਰਾਜ ਕਹਿੰਦੇ ਆ ਵੀ ਉਸ ਨਿਰਾਕਾਰ ਦੀ ਪੂਜਾ ਕਰਨ ਦੇ ਲਈ ਤੁਸੀਂ ਜਿਹੜਾ ਹੈ ਤਰੀਕਾ, ਢੰਗ ਸਿੱਖਣਾ ਹੈ। ਉਹ ਸਾਰਾ ਤਰੀਕਾ ਵੀ ਅਸੀਂ ਨਿਰਾਕਾਰ ਸੱਚ ਦਾ ਰੂਪ ਕਿਵੇਂ ਹੋਣਾ ਹੈ, ਜੋ ਉਸ ਸੱਚ ਦੇ ਵਿੱਚੋਂ ਅਨਹਦ ਰੂਪ ਦੇ ਵਿੱਚ ਨਾਦ ਚੱਲਦਾ ਹੈ, ਅਨਹਦ ਰੂਪ ਦੇ ਵਿੱਚ ਬਾਣੀ ਚੱਲਦੀ ਹੈ, ਉਸ ਤੱਕ ਅਸੀਂ ਕਿਵੇਂ ਪਹੁੰਚਣਾ ਹੈ। ਗੁਰ ਮੰਤਰ ਸ਼ਬਦ ਗੁਰੂ ਦੇ ਅਸੀਂ ਚੇਲੇ ਬਣ ਕੇ ਸ਼ਬਦ ਦਾ ਅਭਿਆਸ ਕਰਕੇ ਅੰਤਰਗਤ ਜਿਹੜਾ ਸਾਡਾ ਮਹਾਰਾਜ ਕਹਿੰਦੇ ਹੈ ਮੂੰਦਲੀਏ ਦਰਵਾਜ਼ੇ ਬਾਜੀਲੇ ਅਨਹਦ ਵਾਜੇ, ਉਹਨਾਂ ਅਨਹਦ ਵਾਜਿਆਂ ਤੱਕ ਕਿਵੇਂ ਜਾਣਾ ਹੈ, ਇਹ ਸਾਰਾ ਪ੍ਰੈਕਟੀਕਲ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਲਿਖ ਦਿੱਤਾ ਹੈ। ਬਾਹਰੀ ਤੌਰ 'ਤੇ ਜਿਵੇਂ ਅਸੀਂ ਸ਼ਸਤਰ ਵਿੱਦਿਆ ਧਾਰਨ ਕਰਦੇ ਹਾਂ, ਬਾਹਰੀ ਤੌਰ 'ਤੇ ਗੁਰੂ ਸਾਹਿਬ ਪਾਸੋਂ ਦਿੱਤੀ ਹੋਈ ਵਿੱਦਿਆ ਨੂੰ ਅਸੀਂ ਧਾਰਨ ਕਰਦੇ ਹਾਂ, ਉਸ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਜਿਹੜਾ ਸਾਡਾ ਅੰਤਰੀਵ ਦੇ ਵਿੱਚ ਵਿਚਾਰਾਂ, ਫੁਰਨਿਆਂ, ਵਕਾਰਾਂ ਦਾ ਜਿਹੜਾ ਯੁੱਧ ਚੱਲਦਾ ਹੈ, ਪਹਿਲੋਂ ਆਪਾਂ ਉਹ ਯੁੱਧ ਕਰਨਾ ਸਿੱਖੀਏ। ਬਾਹਰੀ ਤੌਰ 'ਤੇ ਜੇ ਅਸੀਂ ਵਸਤਰ ਧਾਰਨ ਕਰ ਲਿਆ, ਕੋਈ ਰਹਿਤ ਧਾਰਨ ਕਰ ਲਈ, ਅਤੇ ਅਸੀਂ ਕਹਿ ਦਈਏ ਕਿ ਅਸੀਂ ਸੰਪੂਰਨ ਖਾਲਸ ਹੋ ਚੁੱਕੇ ਹਾਂ, ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਉਸ ਦੇ ਉੱਪਰ ਮੋਹਰ ਨਹੀਂ ਲਾਉਂਦੀ। ਮਹਾਰਾਜ ਕਹਿੰਦੇ ਆ, ਮਨ ਮੈਲੇ ਤਾਂ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁਝੈ ਕੋਏ। ਮਹਾਰਾਜ ਕਹਿੰਦੇ ਆ, ਸਭ ਤੋਂ ਪਹਿਲਾਂ ਜਿਹੜਾ ਤੁਸੀਂ ਪੰਜਾਂ ਦੂਤਾਂ ਦੇ ਨਾਲ ਯੁੱਧ ਕਰਨਾ ਸਿੱਖੋ। ਜੋ ਵਕਾਰਾਂ ਕਰਕੇ ਤੁਹਾਨੂੰ ਨਸ਼ੇ ਦੀ ਆਦਤ ਪੈ ਗਈ ਹੈ, ਸੰਸਾਰੀ ਤੌਰ 'ਤੇ ਜਿਹੜਾ ਸਾਡਾ ਮਨ ਨਸ਼ੇ ਦਾ ਆਦੀ ਹੋ ਚੁੱਕਿਆ। ਨਸ਼ਾ ਇਹ ਨਹੀਂ ਕਿ ਅਸੀਂ ਕਹਿ ਦਈਏ ਕਿ ਸ਼ਰਾਬ, ਫੀਮ, ਪੋਸਤ ਇਹ ਨਸ਼ਾ ਹੈ। ਜਿਹੜਾ ਉਸ ਤੋਂ ਪਹਿਲਾਂ ਸਾਨੂੰ ਸੂਖਮ ਤੌਰ 'ਤੇ ਸਾਰਿਆਂ ਨੂੰ ਨਸ਼ਾ ਲੱਗਿਆ ਹੋਇਆ ਹੈ, ਨਿੰਦਿਆ ਦਾ, ਵੈਰ ਵਿਰੋਧ ਦਾ, ਚੁਗਲੀ ਦਾ, ਦਵੈਸ਼ ਦਾ, ਜਿਹੜਾ ਇਹ ਸਾਡੇ ਮਨ ਨੇ ਧਾਰਨ ਕਰਕੇ ਘਰ ਘਰ ਦੇ ਵਿੱਚ ਜਿਹੜਾ ਕ੍ਰੋਧ ਹੈ, ਘਰ ਘਰ ਦੇ ਵਿੱਚ ਲੋਭ ਦੀਆਂ ਲਹਿਰਾਂ ਚੱਲ ਰਹੀਆਂ ਹੈ, ਘਰ ਘਰ ਦੇ ਵਿੱਚ ਜਿਹੜੀਆਂ ਕਾਮ ਦੀਆਂ ਲਹਿਰਾਂ ਚੱਲ ਰਹੀਆਂ ਹੈ, ਜਿਨ੍ਹਾਂ ਦੇ ਵੱਸ ਪੈ ਕੇ ਫਿਰ ਦੁਨਿਆਵੀ ਤੌਰ 'ਤੇ ਵੀ ਅਸੀਂ ਨਸ਼ਿਆਂ ਦੇ ਵੱਸ ਪੈ ਜਾਂਦੇ ਹਾਂ, ਦੁਨਿਆਵੀ ਤੌਰ 'ਤੇ ਵੀ ਅਸੀਂ ਕੁਕਰਮਾਂ ਦੇ ਵੱਸ ਪੈ ਜਾਂਦੇ ਹਾਂ। ਮਹਾਰਾਜ ਕਹਿੰਦੇ ਪਹਿਲੋਂ ਇਹ ਜਿਹੜੇ ਸਾਨੂੰ ਔਗਣ ਲੱਗ ਗਏ ਆ, ਇਹਨਾਂ ਨੂੰ ਦੂਰ ਕਰਨ ਦਾ ਯਤਨ ਕਰੋ। ਸਾਡੇ ਮਨ ਦੇ ਵਿੱਚੋਂ ਅਸੀਂ ਔਗਣ ਦੂਰ ਨਾ ਕਰੀਏ, ਨਿੰਦਿਆ, ਦਵੈਸ਼, ਚੁਗਲੀ ਦੇ ਵਿੱਚ ਸਾਡਾ ਮਨ ਉਸੇ ਤਰ੍ਹਾਂ ਪਿਆ ਹੋਇਆ ਹੈ। ਘਰ ਦੇ ਵਿੱਚ ਅਸੀਂ ਕ੍ਰੋਧ ਦੇ ਵੱਸ ਪੈ ਕੇ ਇੱਕ ਦੂਜੇ ਦੇ ਨਾਲ ਮੰਦੇ ਬਚਨ ਕਰਦੇ ਹਾਂ, ਅਤੇ ਜੇ ਬਾਹਰੀ ਤੌਰ 'ਤੇ ਅਸੀਂ ਕਹਿ ਦਈਏ ਕਿ ਅਸੀਂ ਰਹਿਤ ਕਾਇਮ ਕੀਤੀ ਹੋਈ ਹੈ, ਅਸੀਂ ਗੁਰੂ ਦੇ ਸਿੰਘ ਹੈ, ਅਸੀਂ ਅੰਮ੍ਰਿਤਧਾਰੀ ਹਾਂ, ਅਤੇ ਮਹਾਰਾਜ ਸਾਡੇ ਉੱਪਰ ਪੂਰੀ ਮੋਹਰ ਨਹੀਂ ਲਾਉਂਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਚਾਕਰ ਤੇਰਾ ਸੋਏ ਹੋਏ ਜੋ ਸਹਿਜ ਰਹਿਆ ਸਮਾਵੇ। ਚਾਕਰ ਮਾਲਕ ਦਾ ਉਸ ਨੂੰ ਮੰਨਿਆ ਜਾਂਦਾ, ਖਾਲਸਾ ਉਹਨੂੰ ਮੰਨਿਆ ਜਾਂਦਾ ਕਿ ਜਿਹੜਾ ਸਭ ਤੋਂ ਪਹਿਲਾਂ ਆਪ ਦੇ ਮਨ ਕਰਕੇ, ਵਿਚਾਰਾਂ ਕਰਕੇ ਸਹਿਜ ਅਵਸਥਾ ਦੇ ਵਿੱਚ ਵਿਚਰਨਾ ਜਾਣਦਾ ਹੋਵੇ। ਜਿਹੜਾ ਪੰਜੇ ਵਿਕਾਰਾਂ ਤੋਂ ਕਾਮ, ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਇਸ ਅਵਸਥਾ ਦਾ ਧਾਰਨੀ ਹੋਵੇ। ਸਭ ਤੋਂ ਪਹਿਲਾਂ ਗੁਰਮੰਤਰ ਦਾ ਅਭਿਆਸ ਕਰਕੇ, ਜੋ ਕਬੀਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਹੈ,
खेत जो मांडियो सूरमा अब जूझण का जाओ। वो केड़ा खेत है, केड़ा सूरमा है? कहते सूरा सो पहचानिया जो लरै दीन कै हेत, पुरजा पुरजा कट मरै कबहू ना छाड़ै खेत। कबीर साहब सच्चे पातशाह जी की बाणी दे विच सानू समझाउंदे है सूरमे वो है जो आप दे शरीर दे विच चल रहे पंजां विकारां दे उपर जिन्हां ने जित प्राप्त कर लई है। क्योंकि कबीर साहब ने दुनियावी तौर पर तो कोई युद्ध नहीं किया, दुनियावी तौर पर उन्होंने हथियार नहीं चुके, पर फिर भी वो सानू बचन करते हैं गगन दमामा बाजिओ भरिओ निशाने काओ, खेत जो मांडिओ सूरमा अब जूझन को दाओ। हुण किहड़ा गगन दे विच दमामा वजदा है, किहड़ा खेत है जिथे असी जूझना है? तो जदों फिर असी वो गुरबाणी गुरु की विचार करते हैं, महाराज कहंदे आ जिन्नी देर तक साडे मन दे उपरों मैल नहीं उतरदी, साडे मन दे विचों विकारां दा लोभ दा जाल ये खत्म नहीं हुंदा, जो वार वार असी पर निंदिया दे विच चले जाने आ, वार वार असी पर त्री पर रूप दे विच पै के असी काम दीयां लहरां विच चले जाने आ, काम दे वस पै के शरीर दे रसकसां दे विच पै के असी दुनियावी नशिਆਂ ਨੂੰ धारण कीता होया है। ते महाराज कहंदे जिन्नी देर तक ये अवगण नहीं खत्म हुंदे, बाहरी तौर पर जिन्ना मर्जी असी भेख कर लीए वो साडा प्रवान नहीं, बाहरी तौर पर जिन्ना मर्जी असी तीर्थां ते इशनान कर लीए वो साडा प्रवान नहीं। सतगुर जी कहंदे मन मैले तां सब किछ मैला, तन धोते मन हच्छा ना होए, ये जगत भरम भुलाया विरला बुझै कोई। फिर सतगुरां जी नूं पुछिए भी जे हुण इशनान करना है, साडे विच अवगण आ गए आ, असी नशिਆਂ दे वस पै गए हैं, असी लोभ मोह दीयां लहरां दे वस पै गए हाँ, सानू तृष्णा दी अगन लगी हुई है, साडे घरां दे विच परिवार दे विचों कलेश नहीं खत्म हुंदा, साडा कलेश ना खत्म होण करके सानू आर्थिक तौर ते पैसे दे तौर ते भी सानू घाटा पै रिहा है, ये सारा खेल किवें दूर होवे? क्योंकि भरम दे विच पै के जदों परिवार दे विच कोई कलेश आ गया, जदों परिवार दे विच कोई आर्थिक तौर दा घाटा आ गया, जदों शरीर नूं कोई रोग लग गया तो असी भरम है, तो सानू ये नहीं पता भी जदों इस तरह दीयां कोई रुकावटां आउंदियां, कोई शरीरक रुकावट आउंदी है, कोई पैसे की रुकावट आउंदी है, जां कोई साडे परिवारक रुकावट आउंदी है, ये दूर किवें होनी है, जां गुरु साहब दा आसरा असी किवें लैणा है, जां गुरु साहब नूं सवाल किवें करना है भी सानू ये रुकावट आ चुकी है, महाराज सच्चे पातशाह जी इसका न्याय दिओ, इसका हल दसो। सानू ये नहीं पता, क्यों? क्योंकि असी गुरबाणी गुरु नूं खोजण दा तरीका भुल चुके हैं, असी गुरबाणी गुरु नूं पढ़ना छड्ड चुके हैं, असी गुरबाणी गुरु नूं सरवण करना छड्ड चुके हैं, असी आप दे दुनियावी यतन करके आप दे शरीर दे विच, आप दे इस जिंदगी दे विच चल रहे सवासां दे इस सफ़र दे विच आ रहे दुखां नूं दूर करना चाहुंदे हां। हुण जदों भरम दे विच पै जांदे आ, फिर असी भजदे हैं किसी ना किसी ऐसे जीव कोल, को साडे पिंड दे विच होऊगा, साडे 10 पिंडां तो परे होऊगा, किते नगर दे विच होऊगा, भाई वो सियाणा है, वो पुछना दिंदा है, वो सियाणा है, वो भाई धागा तवीत करके दिंदा है, वो सियाणा है, वो जल बना के दिंदा है, वो सियाणा है, वो धूफ बना के दिंदा है। जदों उहनूं सियाणा कह दिता, आपदे आप नूं तां असीं मूर्ख मान लिया भी साडे तो वो सियाणा है। जदों ऐसे जीवां दे पास असी चले जाने आ, जां उन्हां सानूं जल बना के दे दिता, धागा बना के दे दिता, भभूति बना के दे दिती, कुछ ना कुछ साडे मन च भरम पा दिता, ते भी ये सानूं बुझ ना लैण नाल कह दिंदे आ भाई पाठ भी करी चलो, आ धूफ भी लाई चलो। हुण महाराज दी बाणी तो पुछिए भी जदों साडे घर दुबधा पै जांदी है, कलेश पै जांदा है, शरीर दे उपर कोई लोड़ आ गया, ते महाराज सच्चे पातशाह उहदा छुटकारा किवें हो सकदा? महाराज जी कहिंदे आ दुबधा ना पड़ो, हर बिन होर ना पूजो, मड़ै मसान ना जाई, तृष्णा राच ना पर घर जावां, तृष्णा नाम बुझाई। महाराज जी कहते जदों भी दुबधा आ जाती है, जदों भी घर दे विच कलेश आ गया, कोई रुकावट आ गई, शरीर दे विच आ गई, कोई काम नहीं बनता, कोई साडे काम दे विच अड़चना आ रहीआं, कहते ये नहीं दुबधा ना पड़ो, हर बिन होर ना पूजो, मड़े मसान ना जाई। कहते मड़ियां मसाणियां तो नहीं जाना, गुरबाणी गुरु का फैसला है। जिन्होंने असी मस्तक झुका रहे हैं, जिन्हों के लिए असी तीर्थां ते चल के आ रहे हैं भी सतगुर जी के दर्शन करने हैं, सतगुर जी कहते आ दुबधा ना पड़ो, हर बिन होर ना पूजो, मड़ा मसान ना जाई, तृष्णा राच ना पर घर जावां, तृष्णा नाम बुझाई। कहते नाम द्वारा तुहाडी सारी हर एक रुकावट का हल हो सकता है।
महाराज कहते प्रभ कै सिमरन रिद्ध सिद्ध नौ निध। जिन्हां सुखां नूं प्राप्त करन दे लई असीं भरमां दे विच पै के आकारां दा आसरा लैंदे आ, सतगुर जी दे दर नूं छड्ड के असीं तरह तरह दे जाके भरम पखंडां दे विच पै जांदे आ। फिर वो किवें होऊगा किवें? महाराज कहते जिन्ना सास ग्रास ना विसरै, हर नामा मनमंत, धन से सही नानका पूर्ण सोई संत। जिन्हां नूं सवास ग्रास नाम जपण दी विधि आ जावे, जिन्हां नूं सवास ग्रास गुरु मंत्र वाहिगुरू जपण दी विधि आ जावे, फिर कहते उन्हां नूं कोई भी बन्नण दी दुबदा ऐसा जाल ऐसा काल, तंत्र मंत्र प्रभ के सिमरन तंत्र मंत्र सब छार। ये महाराज सच्चे पातशाह कहते सिमरन की ताकत है। प्रभ का सिमरन सब ते ऊंचा, सब तो उच्ची ताकत है मालक दे सिमरन दी। वो सिमरन करना किवें पैंदा है? महाराज कहते हैं सानू 4 अखरां दा उन्होंने नाम दिता होया वाहिगुरू दा। इनू तरीके दे नाल जपना, नाम जपण दा तरीका जिसनू आ जावे वो नाम दे विचों सर्ब फल प्राप्त कर सकदा है। वैसे तो सारे को सहज सुभाए सतनाम वाहिगुरू जपदा, कोई सतनाम जपदा, कोई वाहिगुरू वाहिगुरू जपदा, पर महाराज कहते जे इनू तरीके दे नाल कोई भी जिहड़ी अवस्था आ संसार दे विच कोई भी कर्म है, जिन्नी देर तक उसनू आपां जुगती दे नाल नहीं करते वो साडा कर्म सफल नहीं होंदा, साडे ते असर नहीं करदा। इस तरह साडे जिन्नी देर तक असी नाम नू पूर्ण तरीके दे नाल नहीं जपदे उन्नी देर तक नाम साडे ते जपिया होया जिहड़ी आ वो साडे मन नू पूरा ठरम्मा नहीं लाउंदा। हुण जपण दा तरीका दस्सिया, धुन मैं ध्यान, ध्यान मैं जाणिया गुरमुख अकथ कहानी। कहंदे धुन दे विच ध्यान रख के सवास ग्रास विधि दे नाल तुसीं नाम जपना सिख लो। धुन दा मतलब की है? ਜਿਹੜਾ ਅਸੀਂ ਮੁੱਖ ਦੇ ਵਿੱਚੋਂ ਬੋਲਦੇ ਆਂ ਆਪ ਦੀ ਆਵਾਜ਼ ਨੂੰ ਇਹਨਾਂ ਕੰਨਾਂ ਨਾਲ ਸੁਣਨਾ ਹੈ, ਧਿਆਨ ਆਪ ਦੀ ਆਵਾਜ਼ ਦੇ ਵਿੱਚ ਰੱਖਣਾ ਹੈ। ਜੋ ਅਸੀਂ ਮੁੱਖੋਂ ਬੋਲ ਰਹੇ ਆਂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਜਦੋਂ ਉਚਾਰਨ ਕਰਦੇ ਆਂ ਤੇ ਆਪ ਦੀ ਆਵਾਜ਼ ਦੇ ਵਿੱਚ ਧਿਆਨ ਰੱਖਣਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਇਸ ਵਿਧੀ ਦੇ ਨਾਲ ਜਦੋਂ ਅਸੀਂ ਵਾਹਿਗੁਰੂ ਜਪਦੇ ਆਂ तो कहते तुसी अकथ की कहानी सारी बुझ लोगे, तुहाडे पापां की मैल तुहाडे उत्ते जिहड़े औगण है, जिहड़ा गल गल ते क्रोध आउंदा है, जिहड़ा कोई अमृत वेले उठ के नाम नहीं जपिया जाता, जिहड़ा शरीर दे उपर बन्नण पै जांदे है, शरीर नूं रुकावटां आउंदियां, जिवें जिवें असीं अभ्यास करते हैं ये कहते सारा जाल ये रुकावटां पासे हट जांदियां। हुण इस अभ्यास करन दे नाल नाल मालक कहंदे आ भी कल्लियां रुकावटां नहीं दूर होणगीਆਂ, जो इस शरीर दे विच महाराज ने ब्रह्मंडी खजाना अनादि खजाना गुप्त करके रखिया होया वो भी प्रगट होऊगा। वो किहड़ा खजाना है? महाराज कहंदे आ प्रभ कै सिमरन अनहद चुनकार, सुख प्रभ सिमरन का अंत न पा। महाराज कहंदे जिहड़ा अनहद चुनकारां दा खजाना तुहाडे अंदर गुप्त करके सतगुर जी ने रखिया होया, जो नाद बिस्माद प्रकाश जोत दे आनंद ने वो गुप्त करके रखे हुए आ। जदों सिमरन करोगे दुनियावी कारज तो साडे सुधरने ही आ, पर शरीर दे विच चल रहीआं वो अनहद धुनां जिहड़ियां ने वो ब्रह्मंडी खजाने ने वो भी प्रगट हो जाने आ। जदों गुरु अमरदास महाराज जी दे उपर किरपा होई, उन्होंने उस गुरमंत्र की किरपा का आनंद माणदे होए सारे संसार दे विच एक होका दिता, रोला पा के दस्सिया, कहते वाजे पंच शबद तित घर सभागे शबद वाजे कला जित कर तारियां, पंच दूत तुद वस कीने काल कंटक मारिया। कहते जदों असीं नाम जपिया साडे उत्ते ऐसी किरपा हुई है कि साडे अंदर 5 शब्दां दियां वो धुनियां वजदियां ते 5 दूतां नूं भी मालक ने आप वस कीता। ये 5 शब्द कोई दुनियावी अखरां दे नहीं, जे आपां कह दईए कोई भी हिंदी जां पंजाबी दे विच कोई 5 अखर दे दिते जांदे है, ये उस तरह के 5 शब्द नहीं, ये तुनात्मक 5 शब्द है। गुरबाणी दे विच कहंदे आ जिवें जिवें असीं नाम जपदे आ सानूं बिस्माद दे विच जाके सुणाई दिंदे आ। कहंदे आ मस्तक पदम दुआले मणि माहे निरंजन त्रै भवन धनी, 5 शब्द निर्मायल वाजे ढुलकी चवर संख कण गाजे। जिस तरह ढोलकी वजदी है, चवर वजदा, संख घण वजदा, सतगुर जी कहते इस तरह साडे अंदर अनाहद धुनां जिहड़ियां ने वो प्रगट होंदियां। महाराज कहते हैं कर कर ताल पखावज नैनो माथे बजै रबाबा, करनो मद बांसरी बाजै जिहवा धुन अगाजा।
ਨਿਰਤ ਕਰੈ ਕਰ ਮਨੁਆ ਨਾਚੈ ਆਣੈ ਘੂੰਗਰ ਸਾਜਾ ਰਾਮ ਕੋ ਨਿਰਤਕਾਰੀ। ਕਹਿੰਦੇ ਕੰਨਾਂ ਦੇ ਵਿੱਚ ਮਸਤਕ ਦੇ ਉੱਪਰ ਇਸ ਤਰ੍ਹਾਂ ਜਿਸ ਤਰ੍ਹਾਂ ਰਬਾਬ ਢੋਲਕੀਆਂ ਘੁੰਗਰੂ ਵੱਜਦੇ ਆ, ਇਸੇ ਤਰ੍ਹਾਂ ਕਹਿੰਦੇ ਸ਼ਬਦ ਦਾ ਅਭਿਆਸ ਕਰਨ ਤੇ ਅੰਤਰਗਤ ਸਮਾਧੀ ਦੇ ਵਿੱਚ ਸਾਨੂੰ ਇਹ ਮਹਿਸੂਸ ਹੁੰਦਾ ਹੈ। ਜਿਹਨੂੰ ਮਹਾਰਾਜ ਕਹਿੰਦੇ ਸੁਨ ਸਮਾਦ ਅਨਹਤ ਤਹਿਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਵੇਂ ਜਿਵੇਂ ਨਾਮ ਜਪ ਕੇ ਸੁਨ ਚੜ੍ਹਦੀ ਹੈ, ਸੁਨ ਦੀ ਸਮਾਧੀ ਲੱਗਦੀ ਹੈ, ਕਹਿੰਦੇ ਕਹਿ ਨਹੀਂ ਸਕਦੇ ਐਸਾ ਅਚਰਜ ਬਿਸਮਾਦ ਹੈ। ਪਰ ਕਿਵੇਂ ਸ਼ੁਰੂਆਤ ਕਿਵੇਂ ਹੋਣੀ ਆ ਉਸ ਬਿਸਮਾਦ ਦੀ? ਮਹਾਰਾਜ ਕਹਿੰਦੇ ਜਦੋਂ ਸ਼ਬਦ ਦਾ ਅਭਿਆਸ ਕਰਨਾ ਆਪਾਂ ਸ਼ੁਰੂ ਕਰ ਦਿਆਂਗੇ। ਇਹ ਗੁਰਬਾਣੀ ਗੁਰੂ ਨੂੰ ਵਿਚਾਰ ਕੇ ਜੇਕਰ ਆਪਾਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਕੱਲਾ ਗੁਰਬਾਣੀ ਹੀ ਪੜ੍ਹਦੇ ਹਾਂ, ਜੇ ਆਪਾਂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਤਾਂ ਵੀ ਆਪਾਂ ਗੁਰੂ ਦਾ ਬਚਨ ਪੂਰਾ ਨਹੀਂ ਕਮਾ ਰਹੇ। ਜੇ ਅਸੀਂ ਕੱਲਾ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਤਾਂ ਵੀ ਗੁਰੂ ਦਾ ਪੂਰਾ ਬਚਨ ਨਹੀਂ ਕਮਾ ਰਹੇ। ਜਦੋਂ ਅਸੀਂ ਖੰਡੇ ਬਾਟੇ ਦੀ ਪਹੁਲ ਲੈਂਦੇ ਹਾਂ ਤਾਂ ਪੰਜਾਂ ਪਿਆਰਿਆਂ ਪਾਸੋਂ ਸਾਨੂੰ ਗੁਰਬਾਣੀ ਪੜ੍ਹਨ ਦਾ ਵੀ ਆਦੇਸ਼ ਦਿੱਤਾ ਜਾਂਦਾ, ਵਾਹਿਗੁਰੂ ਗੁਰਮੰਤਰ ਦੇ ਜਪ ਦਾ ਵੀ ਆਦੇਸ਼ ਦਿੱਤਾ ਜਾਂਦਾ। ਕਿਉਂਕਿ ਗੁਰਮੰਤਰ ਦੀ ਕਮਾਈ ਕਰਨ ਤੋਂ ਬਾਅਦ ਜਿਵੇਂ ਅੰਦਰ ਬਿਸਮਾਦ ਹੋਇਆ, ਜਿਵੇਂ ਮਾਲਕ ਦੇ ਅਨੁਭਵ ਹੋਏ, ਉਹ ਉਹਨਾਂ ਨੇ ਅੱਖਰਾਂ ਦੇ ਵਿੱਚ ਬਿਆਨ ਕੀਤੇ, ਉਸ ਨੂੰ ਇਲਾਹੀ ਬਾਣੀ ਦਾ ਦਰਜਾ ਮਿਲਿਆ। ਤੇ ਜੇ ਅਸੀਂ ਇਕੱਲਾ ਸ਼ਬਦ ਦੀ ਬਾਣੀ ਪੜ੍ਹ ਰਹੇ ਹਾਂ, ਬਾਣੀ ਦਾ ਹੁਕਮ ਨਹੀਂ ਕਮਾ ਰਹੇ, ਜੋ ਮਹਾਰਾਜ ਕਹਿੰਦੇ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ, ਜੇ ਇਹ ਨਹੀਂ ਕਮਾ ਰਹੇ ਤਾਂ ਸਾਡਾ ਅਧੂਰਾ ਹੈ। ਜੇ ਅਸੀਂ ਤੀਰਥਾਂ 'ਤੇ ਆ ਕੇ ਇਸ਼ਨਾਨ ਕਰ ਰਹੇ ਹਾਂ, ਜਿਸ ਤਰ੍ਹਾਂ ਅੱਜ ਇਕੱਠ ਹੋਇਆ ਆ, ਅਮਾਵਸ ਦਾ ਇਕੱਠ ਹੋਇਆ, ਸੰਗਰਾਂਦ ਦਾ ਇਕੱਠ ਹੁੰਦਾ, ਪੁੰਨਿਆਂ ਦਾ ਇਕੱਠ ਹੁੰਦਾ, ਇਕੱਠ ਦੇ ਵਿੱਚ ਆ ਰਹੇ ਹਾਂ ਪਰ ਘਰਾਂ ਦੇ ਵਿੱਚ ਬੈਠ ਕੇ ਸ਼ਬਦ ਦੀ ਕਮਾਈ ਨਹੀਂ ਕਰ ਰਹੇ, ਤਾਂ ਵੀ ਸਾਡਾ ਜਿਹੜਾ ਆਇਆ ਹੋਇਆ ਅਧੂਰਾ ਮੰਨਿਆ ਜਾਂਦਾ। ਪੂਰਨ ਅਸੀਂ ਕਦੋਂ ਹੋ ਜਾਣਾ ਹੈ? ਪੂਰਨ ਅਸੀਂ ਉਦੋਂ ਹੋਣਾ ਜਦੋਂ ਸੰਗਤ ਵਿੱਚ ਬੈਠ ਕੇ ਤੀਰਥਾਂ 'ਤੇ ਆ ਕੇ ਇਸ਼ਨਾਨ ਕੀਤਾ, ਗੁਰਬਾਣੀ ਗੁਰੂ ਦਾ ਲਾਹਾ ਲਿਆ, ਨਾਲ ਨਾਲ ਅਸੀਂ ਗੁਰ ਮੰਤਰ ਦਾ ਜਪ ਜਦੋਂ ਸ਼ੁਰੂ ਕਰ ਲਵਾਂਗੇ। ਕਿਉਂਕਿ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸਵਾਸ ਗਰਾਸ ਨਹੀਂ ਵਿਸਰਦਾ, ਅਨ ਦਿਨ ਸ਼ਬਦ ਨਹੀਂ ਵਿਸਰਦਾ, ਉਹੀ ਪੂਰਨ ਸੰਤ ਹੈ, ਉਹੀ ਮੇਰਾ ਪੂਰਨ ਖਾਲਸਾ ਹੈ, ਜੋ ਮੇਰੇ ਪੂਰਨ ਹੁਕਮ ਦੇ ਵਿੱਚ ਚੱਲਦਾ ਹੈ। ਔਰ ਜਦੋਂ ਅਸੀਂ ਸਾਰੀ ਦਿਹਾੜੀ ਵੀ ਸਾਰੀ ਰਾਤ ਵੀ ਰੈਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇ ਫਿਰ ਅਸੀਂ ਇਸ ਅਵਸਥਾ ਦੇ ਵਿੱਚ ਵਿਚਰਦੇ ਹਾਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੌਡੀ ਕੌਡੀ ਬਦਲੇ ਰਤਨ ਤਿਆਗੈ। ਕੌਡੀ ਕਿਹਨੂੰ ਕਿਹਾ? ਸਰੀਰ ਨੂੰ ਕੌਡੀ ਕਿਹਾ। ਇਹ ਕਿਸੇ ਕੰਮ ਦਾ ਨਹੀਂ ਗਾ। ਜੇ ਮਨ ਇਹਦੇ ਵਿੱਚ ਹੈ ਤਾਂ ਇਸ ਦੀ ਸੰਸਾਰ ਦੇ ਵਿੱਚ ਸੋਭਾ ਹੈ। ਮਨ ਵੱਖਰਾ ਆ, ਉਹ ਪੰਜਾਂ ਤੱਤਾਂ ਦੀ ਜੋਤ ਆ। ਸਰੀਰ ਵੱਖਰਾ ਆ, ਇਹ ਪੰਜਾਂ ਅਸਥੂਲ ਤੱਤਾਂ ਦਾ ਇੱਕ ਪੁਤਲਾ ਬਣਿਆ ਹੋਇਆ। ਜੇ ਮਨ ਇਹਦੇ ਵਿੱਚ ਵਿਚਰਦਾ ਪਿਆ ਤਾਂ ਇਸ ਸਰੀਰ ਦੀ ਸੋਭਾ ਹੈ। ਜਦੋਂ ਸਵਾਸਾਂ ਦਾ ਧਨ ਖਤਮ ਹੋ ਗਿਆ, ਮਨ ਦੀ ਜੋਤ ਬਾਹਰ ਹੋ ਗਈ, ਇਸ ਸਰੀਰ ਨੇ ਗਲ ਜਾਣਾ, ਇਹਨੂੰ ਜਾਲ ਦਿੱਤਾ ਜਾਣਾ, ਇਹਨੂੰ ਪਾਣੀ ਵਿੱਚ ਰੋੜ ਦਿੱਤਾ ਜਾਣਾ ਜਾਂ ਦੱਬ ਦਿੱਤਾ ਜਾਣਾ। ਇਸ ਦੀ ਕੋਈ ਸੋਭਾ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਲ ਸਰੀਰ ਦੀ ਸੋਭਾ, ਤੇਰੇ ਨਾਲ ਤੇਰੇ ਪਰਿਵਾਰਕ ਸੰਜੋਗੀਆਂ ਦੀ ਸੋਭਾ, ਤੇਰੇ ਨਾਲ ਹੀ ਸਾਰੇ ਸੰਸਾਰ ਦੇ ਵਿੱਚ ਜੋ ਤੂੰ ਆਨੰਦ ਮੰਨਣੇ ਆ, ਰਸ ਮੰਨਣੇ ਆ, ਉਹ ਸਾਰਾ ਤੇਰੇ ਨਾਲ ਹੀ ਹੈ। ਤੇ ਫਿਰ ਤੂੰ ਸਰੀਰ ਦੇ ਪਿੱਛੇ ਕਿਉਂ ਦੀਵਾਨਾ ਹੋਇਆ ਫਿਰਦਾ? ਮਨ ਨੂੰ ਕਹਿੰਦੇ ਤੈਨੂੰ ਤਾਂ ਰਾਜਾ ਬਣਾ ਕੇ ਭੇਜਿਆ, ਤੈਨੂੰ ਸਵਾਸਾਂ ਦਾ ਧਨ ਦੇ ਕੇ ਭੇਜਿਆ ਵੀ ਸਰੀਰ ਦੇ ਵਿੱਚ ਜਾ ਕੇ ਐਸਾ ਵਪਾਰ ਕਰਨਾ ਹੈ, ਐਸਾ ਉਥੋਂ ਵਣਜ ਖੱਟ ਕੇ ਲਿਆਉਣਾ ਹੈ ਕਿ ਸੰਸਾਰ ਦੇ ਵਿੱਚ ਤਾਂ ਤੇਰੀ ਸੋਭਾ ਹੋਏਗੀ ਹੋਏਗੀ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵੀ ਤੇਰੀ ਸੋਭਾ ਹੋਏਗੀ। ਸਾਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਕਿਉਂਕਿ ਮਹਾਰਾਜ ਜੀ ਨੇ ਕਿਹਾ ਜਦੋਂ ਸੰਸਾਰ ਦੇ ਵਿੱਚ ਆ ਕੇ ਨਾਮ ਜਪੋਗੇ, ਨਾਮ ਦੀ ਵਡਿਆਈ ਕਰਾਓਗੇ, ਜਹਾਨ ਤੁਹਾਡੀ ਉਸਤਤ ਆਪਣੇ ਆਪ ਹੀ ਕਰੂਗਾ, ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਜਦੋਂ ਸੱਚੇ ਮਾਰਗ ਤੇ ਤੂੰ ਚੱਲੂਗਾ, ਜਹਾਨ ਤੇਰੀ ਆਪਣੇ ਆਪ ਹੀ ਉਸਤਤ ਕਰੂਗਾ। ਤੇ ਜੇ ਨਸ਼ਾ ਪੀ ਕੇ ਘਰਦਿਆਂ ਤੋਂ ਚੋਰੀ, ਸਮਾਜ ਤੋਂ ਚੋਰੀ, ਯਾਰਾਂ ਦੋਸਤਾਂ ਕੁਸੰਗੀਆਂ ਦੇ ਨਾਲ ਰਲ ਕੇ ਇਹੋ ਜਿਹੇ ਔਗਣ ਕਰੇਗਾ ਤੇ ਸਮਾਜ ਤੇਰੀ ਕਿਉਂ ਉਸਤਤ ਕਰੂਗਾ? ਹਰ ਕੋਈ ਨਖਿੱਟ ਕਹੂਗਾ, ਹਰ ਕੋਈ ਤੇਰੇ ਤੇ ਤੋਹਮਤ ਲਾਊਗਾ। ਔਰ ਐਸਾ ਵਪਾਰ ਕਿਉਂ ਕਰਦਾ ਹੈ, ਐਸਾ ਕਰਮ ਕਿਉਂ ਕਰਦਾ ਹੈ ਜਿਹੜਾ ਲੁਕ ਕੇ ਕਰਨਾ ਪਵੇ? ਮਤਲਬ ਸਾਨੂੰ ਪਤਾ ਹੈ ਕਰਦਾ ਤਾਂ ਮੈਂ ਝੂਠਾ ਹੀ ਕੰਮ ਹੈ ਜਿਹੜਾ ਲੁਕ ਕੇ ਕਰਨਾ ਪੈਂਦਾ ਹੈ। ਜੋ ਸੱਚਾਈ ਹੈ ਉਹ ਲੁਕ ਕੇ ਨਹੀਂ ਕਰਨੀ ਪੈਂਦੀ, ਉਹ ਪ੍ਰਗਟ ਹੋ ਕੇ। ਆ ਹੁਣ ਆਪਾਂ ਗੁਰੂ ਸ਼ਬਦ ਦੀ ਉਸਤਤ ਕਰ ਰਹੇ ਹਾਂ, ਆ ਗੁਰਮੁਖ ਜੀਵ ਸਾਰੇ ਬੈਠੇ ਆਪਾਂ ਸ਼ਰੇਆਮ ਕਰ ਰਹੇ ਹਾਂ। ਤੇ ਜਦੋਂ ਇਸ ਤਰ੍ਹਾਂ ਆਪਾਂ ਕੋਈ ਮਾੜਾ ਕਰਮ ਕਰਨਾ, ਕੋਈ ਨਸ਼ਾ ਕਰਨਾ, ਕੋਈ ਪਰਤਰੀ ਪਰ ਰੂਪ ਦਾ ਜਿਹੜੇ ਜੀ ਸੰਗ ਕਰਦੇ ਆ, ਤੇ ਕੀ ਆਪਾਂ ਇਹ ਇਸ ਤਰ੍ਹਾਂ ਪ੍ਰਗਟ ਹੋ ਕੇ ਕਰ ਸਕਦੇ ਹਾਂ? ਕਿਉਂਕਿ ਸਾਨੂੰ ਪਤਾ ਹੈ ਇਹ ਮਾੜਾ ਐਬ ਹੈ।
ਸਾਨੂੰ ਪਤਾ ਇਹ ਔਗਣ ਹੈ, ਇਹ ਸੰਸਾਰ ਦੇ ਵਿੱਚ ਪ੍ਰਗਟ ਹੋ ਕੇ ਨਹੀਂ ਕੀਤਾ ਜਾ ਸਕਦਾ, ਤੇ ਫਿਰ ਅਸੀਂ ਕਿਉਂ ਕਰਦੇ ਹਾਂ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪਕ ਕੂਏ ਪਰੈ। ਹੱਥ ਦੇ ਵਿੱਚ ਦੀਪਕ ਦੇ ਦਿੱਤਾ, ਦੀਵਾ ਦੇ ਦਿੱਤਾ, ਗਿਆਨ ਦਾ ਚਾਨਣ ਦੇ ਦਿੱਤਾ ਸਤਿਗੁਰ ਜੀ ਦੀ ਬਾਣੀ ਦੇ ਰਾਹੀਂ, ਪਰ ਸਾਰਾ ਕੁਝ ਸੁਣ ਕੇ ਫਿਰ ਖੂਹ ਦੇ ਵਿੱਚ ਡਿੱਗਣਾ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਹੱਲ ਨਹੀਂ ਹੋ ਸਕਦਾ। ਇਸ ਕਰਕੇ ਸਾਨੂੰ ਵਾਰ-ਵਾਰ ਕਹਿ ਦਿੰਦੇ ਆ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਈ ਗੋ ਫੇਰਾ। ਜਿਹੜੇ ਕਰਮ ਕਰਨ ਦੇ ਲਈ ਤੁਸੀਂ ਸੰਸਾਰ ਦੇ ਵਿੱਚ ਆਏ ਆ, ਉਹ ਕਿਹੜਾ ਕਰਮ ਹੈ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਨਿਜ ਘਰ ਦੇ ਵਿੱਚ ਵਾਸ ਕਰਨ ਦੇ ਲਈ ਆਏ ਆ, 10ਵੇਂ ਦਰ ਦਾ ਦਰਵਾਜ਼ਾ ਖੋਲ੍ਹਣ ਦੇ ਲਈ ਆਏ ਆ, 10ਵਾਂ ਘਰ ਖੋਲ੍ਹ ਕੇ ਅੰਦਰੋਂ ਅਨਹਦ ਧੁਨਾ ਅੰਮ੍ਰਿਤ ਰਸ ਦੀ ਪ੍ਰਾਪਤੀ ਕਰਨ ਦੇ ਲਈ ਆਏ ਆ। ਸਰੀਰ ਦੇ ਵਿੱਚ ਅਸੀਂ ਅਮਰ ਫਲ ਪ੍ਰਾਪਤੀ ਕਰਨ ਦੇ ਲਈ ਆਏ ਆ। ਕਹਿੰਦੇ ਜੇ ਇਹ ਕਾਰਜ ਨਹੀਂ ਕੀਤਾ ਤੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕਫਕੜੇ ਸਭ ਮੁਕਦੀ ਚੱਲੀ ਰਹਿ। ਇਹ ਤੀਰਥਾਂ ਤੇ ਇਹ ਇਕੱਠ ਜੋ ਕੀਤੇ ਆ, ਇਹ ਸਤਿਗੁਰ ਜੀ ਨੇ ਸੰਗਤਾਂ ਦੇ ਪੰਡਾਲ ਜੋ ਸਾਨੂੰ ਬਖਸ਼ੇ ਹੈ, ਇਹ ਇਸੇ ਕਰਕੇ ਆ ਵੀ ਇੱਥੇ ਆ ਕੇ ਆਪ ਦੇ ਜੀਵਨ ਦੀ ਵਿਚਾਰ ਹੋ ਜਾਂਦੀ ਹੈ। ਇੱਥੇ ਆ ਕੇ ਸਾਨੂੰ ਗਿਆਨ ਦੇ ਥੱਪੜ ਵੱਜਦੇ ਹੈ ਵੀ ਅਸੀਂ ਸੰਸਾਰ ਦੇ ਵਿੱਚ ਕੀ ਕੀ ਕਰਮ ਕਰਦੇ ਤੁਰੇ ਫਿਰਦੇ ਹਾਂ, ਤੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਦੇ ਆ। ਸੋ ਆਓ, ਜੋ ਗੁਰਮੰਤਰ ਦਾ ਸਾਨੂੰ ਉਪਦੇਸ਼ ਕੀਤਾ ਹੋਇਆ ਗੁਰਮੁਖ ਪਿਆਰਿਓ, ਕੱਲਾ ਸੁਣਨਾ ਨਹੀਂਗਾ, ਆਪਾਂ ਨਾਲ ਨਾਲ ਸ਼ਬਦ ਨੂੰ ਦ੍ਰਿੜ ਵੀ ਕਰਨਾ ਹੈ। ਕੋਈ ਗਾਵੈ, ਕੋ ਸੁਣੈ, ਕੋ ਕਰੈ ਵਿਚਾਰ, ਕੋਈ ਉਪਦੇਸੈ, ਕੋ ਦ੍ਰਿੜੈ ਵਿੱਚੇ ਹੋਵੇ ਉਦਾਰ। ਨਾਲ ਨਾਲ ਆਪਾਂ ਜਿਸ ਵਾਹਿਗੁਰੂ ਗੁਰਮੰਤਰ ਦੀ ਉਸਤਤ ਕਰ ਰਹੇ ਹਾਂ, ਉਸ ਵਾਹਿਗੁਰੂ ਗੁਰਮੰਤਰ ਦਾ ਆਪਾਂ ਸ਼ਬਦ ਦਾ ਅਭਿਆਸ ਵੀ ਨਾਲ ਨਾਲ ਕਰਨਾ ਸਿੱਖਣਾ ਹੈ। ਕਿਉਂਕਿ ਜਦੋਂ ਤੁਸੀਂ ਸੰਗਤ ਦੇ ਵਿੱਚੋਂ ਘਰਾਂ ਦੇ ਵਿੱਚ ਜਾਓਗੇ, ਕਰਮ ਕਰਦਿਆਂ ਖੱਬਾ ਪੈਰ ਰੱਖਿਆ ਵਾਹਿ, ਸੱਜਾ ਪੈਰ ਰੱਖਿਆ ਗੁਰੂ, ਤੁਰਦਿਆਂ ਫਿਰਦਿਆਂ ਵੀ ਅਸੀਂ ਵਾਹਿਗੁਰੂ ਕਰਨਾ, ਤੇ ਜਦੋਂ ਕਰਮ ਤੋਂ ਅਸੀਂ ਵਿਹਲੇ ਹੋ ਗਏ, ਫਿਰ ਨੇਤਰ ਬੰਦ ਕਰਕੇ ਚੌਂਕੜਾ ਲਾ ਕੇ ਫਿਰ ਅਸੀਂ ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇਸ ਤਰ੍ਹਾਂ ਆਪਾਂ ਪਹਿਲੋਂ ਤਰੀਕਾ ਹੋਵੇਗਾ, ਤਾਂ ਹੀ ਪਤਾ ਲੱਗੂਗਾ ਘਰਦਿਆਂ ਨੂੰ ਵੀ, ਸੰਜੋਗੀਆਂ ਨੂੰ ਵੀ ਅੱਜ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਗਏ ਸੀਗੇ, ਨਾਮ ਜਪਣ ਦਾ ਤਰੀਕਾ ਸਿੱਖ ਕੇ ਆਏ ਆ। ਸੰਸਾਰ ਦੇ ਵਿੱਚ ਅਸੀਂ ਬੈਠਾਂਗੇ, ਠੱਗੀਆਂ ਮਾਰਨ ਦਾ, ਚਲਾਕੀ ਕਰਨ ਦਾ, ਪੈਸੇ ਕਮਾਉਣ ਦਾ, ਨਿੰਦਿਆ ਚੁਗਲੀ ਕਰਨ ਦੇ ਤਰੀਕੇ ਸਾਨੂੰ ਸਹਿਜ ਸੁਭਾਅ ਸਿਖਾ ਦਿੱਤੇ ਜਾਂਦੇ ਆ, ਚਾਹੇ ਅਸੀਂ ਨਾਮ ਵੀ ਸਿੱਖਣੇ ਚਾਹੁੰਦੇ ਹੋਈਏ। ਪਰ ਨਾਮ ਜਪਣ ਦਾ ਤਰੀਕਾ ਕੇਵਲ ਤੇ ਕੇਵਲ ਗੁਰੂ ਸਾਹਿਬ ਦੀ ਸੰਗਤ ਦੇ ਵਿੱਚ ਆ ਕੇ, ਸ਼ਰਨ ਦੇ ਵਿੱਚ ਆ ਕੇ ਸਿੱਖਿਆ ਜਾਂਦਾ। ਸੋ ਆਓ, ਸਾਰਿਆਂ ਨੂੰ ਬੇਨਤੀ ਹੈ, ਭਾਈ ਸਾਰਿਆਂ ਨੇ ਨੇਤਰ ਬੰਦ ਕਰਕੇ ਬੋਲ ਬੋਲ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ। ਔਰ ਸਭ ਤੋਂ ਪਹਿਲਾਂ ਕਿਸੇ ਨੇ ਵੀ ਸੰਗ, ਸ਼ਰਮ, ਲੋਕ ਲੱਜਾ ਨਹੀਂ ਕਰਨੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਕਿ ਮੈਨੂੰ ਤਾਂ ਸੰਗ ਸ਼ਰਮ ਆਉਂਦੀ ਹੈ, ਮਹਾਰਾਜ ਦੀ ਵਿੱਚ ਹਜ਼ੂਰੀ 'ਚ ਬੈਠ ਕੇ ਵੀ ਨਾਮ ਹੀ ਨਾ ਜਪੇ। ਐਂ ਸਿਰ ਜਿਹਾ ਨੀਵਾਂ ਕਰਕੇ ਮਾੜਾ ਮਾੜਾ ਜਿਹਾ ਐਂ ਬੁੱਲਾਂ ਦੇ ਵਿੱਚੋਂ ਨਹੀਂ ਬੋਲਣਾ, ਪ੍ਰਗਟ ਹੋ ਕੇ ਸਤਿਗੁਰ ਜੀ ਦਾ ਨਾਮ ਹੈ, ਸਤਿਗੁਰ ਜੀ ਦੀ ਹਜ਼ੂਰੀ 'ਚ ਬੈਠੇ ਆ, ਇਸੇ ਕਾਰਜ ਲਈ ਤਾਂ ਬੈਠੇ ਆ ਇੰਨੇ ਪਵਿੱਤਰ ਸਥਾਨ 'ਤੇ, ਮਹਾਰਾਜ ਜੀ ਚਰਨ ਛੋਹ ਪ੍ਰਾਪਤ ਧਰਤੀ 'ਤੇ। ਉਹਨਾਂ ਦਾ ਦੇਣਾ ਨਹੀਂ ਆਪਾਂ ਦੇ ਸਕਦੇ, ਪਰ ਇੱਕ ਸ਼ੁਕਰਾਨਾ ਕਰ ਸਕਦੇ ਹਾਂ, ਇੱਕ ਨਾਮ ਸਿਮਰਨ ਦੇ ਅਭਿਆਸ ਵਜੋਂ। ਸੋ ਸਾਰਿਆਂ ਨੂੰ ਬੇਨਤੀ ਹੈ, ਨੇਤਰ ਬੰਦ ਕਰਕੇ ਨਾਲ ਨਾਲ ਸਾਰੀ ਸੰਗਤ ਨੇ ਮਿਲ ਕੇ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ ਦੇ ਮਹਾਵਾਕ ਅਨੁਸਾਰ ਵਾਹਿਗੁਰੂ ਸ਼ਬਦ ਦਾ ਅਭਿਆਸ ਕਰਨਾ ਹੈ ਜੀ। ਆਓ, ਅੱਖਾਂ ਬੰਦ ਕਰ ਲੈਣੀਆਂ, ਜਦੋਂ ਖੋਲ੍ਹਦੇ ਆ ਫਿਰ ਬਾਹਰ ਧਿਆਨ ਜਾਂਦਾ, ਅੰਤਰਮੁਖੀ ਹੋ ਕੇ ਨਾਮ ਜਪਣਾ ਜੀ। ਨੇਤਰ ਬੰਦ ਕਰਕੇ ਸਾਰੀ ਗੁਰਸੰਗਤ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ, ਉਹਨਾਂ ਦਾ ਨਾਮ ਸ਼ਬਦ ਦਾ ਅਭਿਆਸ ਕਰਨਗੇ ਜੀ। ਵਾਹਿਗੁਰੂ 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 ਵਾਹਿਗੁਰੂ। ਸਾਰੇ ਗੁਰਮੁਖ ਪਿਆਰੇ ਜਪਣਗੇ ਵਾਹਿਗੁਰੂ ਜੀ, ਨੇਤਰ ਬੰਦ ਕਰਕੇ ਅਭਿਆਸ ਕਰਨਾ ਵਾਹਿਗੁਰੂ ਜੀ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਰਾਮ ਰਾਮ ਬੋਲ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ। ਇਹ ਵਾਰ-ਵਾਰ ਜਿਹੜਾ ਅਸੀਂ ਮੁੱਖ ਦੁਆਰਾ ਜਦੋਂ ਬੋਲਦੇ ਆ ਤੇ ਸਤਿਗੁਰੂ ਜੀ ਫਿਰ ਕੀ ਕਹਿੰਦੇ ਆ, ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ। ਕੱਪੜੇ ਦੀ ਜਿਹੜੀ ਮੈਲ ਹੈ ਉਹ ਸਾਬਣ ਦੇ ਨਾਲ ਖਤਮ ਹੋ ਜਾਂਦੀ ਹੈ, ਪਰ ਜਿਹੜੀ ਮਨ ਦੀ ਮੈਲ ਹੈ, ਮਨ ਦੇ ਵਿੱਚ ਜਿਹੜੇ ਫੁਰਨੇ ਵਸੇ ਹੋਏ ਹੈ, ਇੱਕ ਦੂਜੇ ਦੀ ਖਿਲਾਫੀਅਤ ਵਸੀ ਹੋਈ ਹੈ, ਕਿਸੇ ਦੇ ਕਹੇ ਸੁਣੇ ਸ਼ਬਦ ਮਨ ਦੇ ਵਿੱਚ ਵਸੇ ਹੋਏ ਹੈ। ਇੱਕ ਛੋਟੀ ਜੀ ਗੱਲ ਕਿਸੇ ਦੀ ਮਨ ਦੇ ਵਿੱਚੋਂ ਸੁਣ ਲਈਏ, ਚਲੋ ਕਿਸੇ ਨੇ ਅਗਿਆਨਤਾ ਵਸ ਸਾਨੂੰ ਕ੍ਰੋਧ ਵਸ ਹੋ ਕੇ ਬਚਨ ਕਰ ਦਿੱਤਾ, ਕੋਈ ਸਾਨੂੰ ਲੋਭ ਵਸ ਹੋ ਕੇ ਬਚਨ ਕਰ ਦਿੱਤਾ, ਜੇ ਉਹ ਬਚਨ ਸਾਡੇ ਮਨ ਦੇ ਵਿੱਚ ਵਸ ਗਿਆ 20-20 30-30 40-40 ਸਾਲ ਉਸ ਬਚਨ ਦੇ ਕਹੇ ਦੇ ਉੱਪਰ ਦੁਸ਼ਮਣੀਆਂ ਨਿਭ ਜਾਂਦੀਆਂ। ਉਹ ਕੀ ਆ, ਮਨ ਦੇ ਵਿੱਚ ਮੈਲ ਹੈ ਵੀ ਇਹਨੇ ਮੈਨੂੰ ਉਸ ਸਮੇਂ ਤੇ ਆਹ ਗੱਲ ਕਹੀ ਸੀ, ਆਪਾਂ ਇਹਨੂੰ ਉਸ ਤੋਂ ਬਾਅਦ ਨਹੀਂ ਬੁਲਾਇਆ, ਆਪਾਂ ਉਸ ਤੋਂ ਬਾਅਦ ਇਹਦੇ ਘਰ ਨਹੀਂ ਗਏ। ਇੱਕ ਬਚਨ, ਉਹ ਬਚਨ ਦੀ ਮੈਲ ਜਦੋਂ ਸੁਰਤ ਦੇ ਵਿੱਚ ਵਸ ਗਈ, ਉਹਦੇ ਪਿੱਛੇ ਸਾਡਾ ਕਿੰਨਾ ਕ੍ਰੋਧ 20-20 30-30 ਸਾਲ ਦਾ ਲੰਮਾ ਕ੍ਰੋਧ ਨਿਭ ਜਾਂਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਮੈਲ ਮਨ ਦੇ ਵਿੱਚ ਵਸੇ ਹੀ ਨਾ, ਛੋਟਾ ਬੱਚਾ ਹੁੰਦਾ ਨਾ ਗੁਰਮੁਖ ਪਿਆਰਿਓ, ਜਿਸ ਨੂੰ ਕੋਈ ਸੁੱਧ ਬੁੱਧ ਨਹੀਂ, ਜਿਸ ਨੂੰ ਕੋਈ ਬਹੁਤੇ ਰਿਸ਼ਤਿਆਂ ਦੀ ਪਹਿਚਾਣ ਨਹੀਂ, ਆਪਾਂ ਦੇਖਦੇ ਹਾਂ ਕਿਤੇ ਮਰਜ਼ੀ ਬੈਠ ਜਾਂਦਾ, ਉਹਦੇ ਮਨ ਦੇ ਵਿੱਚ ਨਾ ਲੋਕ ਲੱਜਾ ਹੈ ਨਾ ਹਉਮੈ ਆ। ਕਿਸੇ ਦੀ ਝੋਲੀ 'ਚ ਬੈਠਾ ਉੱਥੇ ਉਹਨੇ ਮਲ ਮੂਤ ਵੀ ਕਰ ਦੇਣਾ, ਕਿਸੇ ਦੀ ਝੋਲੀ ਵਿੱਚ ਬੈਠਾ ਉਹਦੇ ਤੋਂ ਲੈ ਕੇ ਵੀ ਖਾ ਲੈਣਾ, ਕਿਸੇ ਦੇ ਘਰ ਖੇਲਣ ਚਲਿਆ ਜਾਣਾ, ਕਿਸੇ ਦੇ ਘਰ ਉਸਨੇ ਆਪਦੀਆਂ ਗੱਲਾਂ ਬਾਤਾਂ ਸੁਣਾਉਣੀਆਂ ਤੋਤਲੀ ਆਵਾਜ਼ 'ਚ, ਕਿਉਂਕਿ ਉਹਦੇ ਮਨ ਦੇ ਵਿੱਚ ਦੁਬਿਧਾ ਨਹੀਂ ਹੈਗੀ। ਪਰ ਜਿਵੇਂ ਜਿਵੇਂ ਉਹ ਸੰਸਾਰ ਦੇ ਵਸ ਪੈ ਕੇ ਇੱਥੋਂ ਦੇ ਗਿਆਨ, ਇੱਥੋਂ ਦੀਆਂ ਕਥਾ ਕਹਾਣੀਆਂ, ਇੱਥੋਂ ਦੇ ਰਿਸ਼ਤਿਆਂ ਦੀ ਬਚਨ ਸੁਣਦਾ, ਉਹਦੇ ਮਨ ਦੇ ਵਿੱਚ ਦੁਬਿਧਾ ਆ ਜਾਂਦੀ ਹੈ। ਉਹ ਕਿਵੇਂ ਆਉਂਦੀ ਆ, ਅਸੀਂ ਉਹਨੂੰ ਵਿਚਾਰ ਦਿੰਦੇ ਹਾਂ ਵੀ ਤੂੰ ਇਹਦੇ ਘਰ ਨਹੀਂ ਜਾਣਾ, ਤੂੰ ਇਹਦੇ ਨਾਲ ਨਹੀਂ ਬੋਲਣਾ, ਤੂੰ ਇਹਦੇ ਨਾਲ ਨਹੀਂ ਖੇਡਣਾ, ਤੂੰ ਇਹਨਾਂ ਘਰੋਂ ਲੈ ਕੇ ਨਹੀਂ ਖਾਣਾ। ਇਹ ਵਿਚਾਰ ਉਹਦੇ ਮਨ ਦੇ ਵਿੱਚ ਪਾਤੇ, ਇੱਕ ਵਿਚਾਰ ਪਾਇਆ, ਇਹੀ ਮੈਲ ਹੈ। ਉਹ ਮੈਲ ਜਿਹੜੀ ਉਹਦੇ ਮਾਤਾ ਪਿਤਾ, ਉਹਦੇ ਚਾਚੇ, ਉਹਦੇ ਭਾਈ ਭੈਣ, ਰਿਸ਼ਤੇਦਾਰਾਂ ਨੇ ਕਹਿਤਾ ਵੀ ਤੂੰ ਆਹ ਨਹੀਂ ਕਰਨਾ, ਉਹਦੇ ਮਨ ਨੇ ਉਹ ਬਚਨ ਫੜ ਲਿਆ ਤੇ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ, ਉਹ ਮਤ ਪਾਪਾਂ ਦੇ ਨਾਲ ਭਰਨ ਲੱਗ ਗਈ। ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਇਸ ਤਰ੍ਹਾਂ ਦੇ ਫੁਰਨਿਆਂ ਕਰਕੇ ਮਨ ਦੇ ਵਿੱਚ ਕ੍ਰੋਧ ਉੱਠਦੇ ਹੈ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਉੱਠਦੀ ਹੈ, ਇਹ ਸਾਫ਼ ਕਿਵੇਂ ਹੋਵੇ। ਮੇਰੇ ਤੋਂ ਤਾਂ ਕਿਤੇ ਜੀ ਕਹਿੰਦੇ ਬਹੁਤੀ ਗੱਲ ਨਹੀਂ ਸਹਾਰੀ ਜਾਂਦੀ, ਮੈਨੂੰ ਕ੍ਰੋਧ ਬਹੁਤ ਜਲਦੀ ਆਉਂਦਾ, ਮੈਨੂੰ ਥੋੜ੍ਹਾ ਮੋਟਾ ਵੀ ਕੋਈ ਜ਼ਮੀਨ ਜਾਇਦਾਦ ਦੀ, ਕੋਈ ਪੈਸੇ ਦੇ ਘਾਟੇ ਦਾ ਗੱਲ ਪਤਾ ਜਾਵੇ, ਮਨ ਦੇ ਵਿੱਚ ਫਿਰ ਜੀ ਕਹਿੰਦੇ ਟੈਨਸ਼ਨ ਤਣਾਅ ਬਹੁਤ ਹੋ ਜਾਂਦਾ ਹੈ, ਤ੍ਰਿਸ਼ਨਾ ਬਹੁਤ ਹੋ ਜਾਂਦੀ ਹੈ। ਕਿਉਂ? ਮਤ ਦੇ ਵਿੱਚ ਮੈਲ ਭਰੀ ਹੋਈ ਹੈ, ਅੰਮ੍ਰਿਤ ਤਾਂ ਹੈ ਨਹੀਂ। ਮਨ ਦਾ ਭੋਜਨ ਅੰਮ੍ਰਿਤ ਹੈ, ਮਨ ਦਾ ਭੋਜਨ ਅੰਮ੍ਰਿਤ ਹੈ। ਅੰਮ੍ਰਿਤ ਉਹਨੂੰ ਪਿਆਉਂਦੇ ਨਹੀਂ, ਦਿਨ ਰਾਤ ਉਸ ਨੂੰ ਵਿਖਿਆ ਖਵਾ ਰਹੇ ਆ, ਉਹ ਕਮਜ਼ੋਰ ਹੋ ਰਿਹਾ ਹੈ। ਮਨ ਕਾ ਤੋ ਸਾਹਰ ਨਾਉ ਹੈ, ਹਿਰਦੇ ਰੱਖੋ ਸੰਭਾਲ। ਹੁਣ ਹੋਊਗਾ ਕਿਵੇਂ? ਕਹਿੰਦੇ ਇਹ ਜਿਹੜੀ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਨਾਮ ਦੇ ਰੰਗਤ ਦੇ ਨਾਲ
इस मन की मैल नूं खत्म कर दिओ, देखो फिर तुहाडा मन जिहड़ा आ लोभ लालच क्रोध तो किवें पिछे हटदा है। इहदे विच जिवें जिवें नाम की ठंडक आऊगी उस तरीके ही ये संसार के अवगण छड्ड के सहज दे विच आउंदा जाएगा। क्योंकि हुण असीं दिन रात कर्म कर रहे हैं, काम कर रहे हैं दिन रात, चाहे दुनियावी तौर पर कर रहे हैं चंगा चाहे माड़ा काम कर रहे हैं। महाराज कहते जिन्ना काम करोगे उन्नी सहज खत्म होंदी जाऊगी, काम दे नाल सिमरन करना पैना। कहते कर्मी सहज ना उपजे विण सहजे, सहसा ना जाए न जाए सहसा किते संजम रहे कर्म कमाए। कहते कर्म कर करके नहीं सहज प्रगट होनी, तो जे सहज ना प्रगट होएगी तो संसे आउंदे जाणगे। विण सहजे सहसा ना जाए न जाए सहसा किते संजम रहे कर्म कमाए, सहसे जियो मलीन है कित संजम धोता जाए। मन धोवो शब्द लागो हर स्यो रहो चित लाए। मन नूं धोना है तो शब्द दे नाल लग के इसनूं धोता जा सकता है। ना कोई ज्ञान मन नूं धोंदा है, ना कोई तीर्थ मन नूं धोंदा है, ना कोई रहत मन नूं धोंदी है, ना कोई वस्त्र मन नूं धोंदा है। जे मन साफ होऊगा तो शब्द द्वारा होऊगा। ज्ञान असी प्राप्त कर लिया, थोड़े समय लिए उस ज्ञान ते मन ठहरदा है, इन्ने नूं कोई होर मन दे विचों विचार वलवला फुरना खड़ा हो जाता है तो मन उस ज्ञान नूं छड्ड के फिर अज्ञानता विच आ जाता है। इस करके महाराज कहते आ ज्यों मंदिर को थामे थमन, जिस तरह आ मंदिर की छत आ, ये गुरुद्वारा साहब का हाल है, आ थमिया के उपर खड़ा। ज्यों मंदिर को थामे थमन त्यों गुर का शब्द मने अस्तमन। जे साडा मन नहीं टिकदा एक जगह ते नहीं बैठदा, कहते गुरु के शब्द का थमा लगूगा, फिर ये मन तुहाडा एक जगह ते टिक के बैठूगा। इन्नी वडियाई है गुरमंत्र अभ्यास की गुरमुख प्यारिओ, जो अज आपां नूं सतगुरां जी ने बड़ी बख्शिश के सदका एकत्र करके आप दी गुरबाणी दे राहीं आप दा मुखार बिंद वरतदे होए सानूं सच्चे पातशाह जी ने लाहा दिता है। तो असीं घरां दे विच वाहिगुरू शब्द का जो अभ्यास नहीं कर रहे, परिवारक रूप दे विच एकत्र होकर जिहड़ा असीं अभ्यास नहीं कर रहे, उहदे कारण सानूं ये दुख जिहड़े आ वो भोगणे पै रहे आ। उहदे कारण सानूं रुकावटां आ रहीआं। होर कोई किसी दे उपर बन्नण नहीं करदा, कोई खालसे दे उपर तंत्र मंत्र नहीं असर करदा, जे वो पूरे गुरु के शब्द दे नाल पूरे गुरु के कहणी दे नाल जुड़िया होया है। ये सारा करदे खेल आ पंजे दूत जो साडी देही दे विच वसदे आ। इस देही अंदर पंच चोर वसै, काम क्रोध लोभ मोह अहंकारा, अमृत लूटै मनमुख नहीं बूझै कोई न सुने पुकारा। करदे तो पंजे दूत आ, पर भेत नहीं आउण दिंदे, सानूं भरम पा दिंदे आ। मन नूं अंदरों विचार दित्ती जांदे आ, जदों बाणी पढ़दा फुरने ऐसे ऐसे आउंदे आ भी मन बाणी विच टिकदा ही नहीं गा। जे सवेरे अमृत वेले उठ के नाम जपण लगदे आ, गुरुद्वारा साहब दे विच आउण दे लई उदम करदे आ, ऐसे अंदरों विचार फुरने दिंदे आ, मन उस पासे जांदा ही नहीं गा। तो फिर बाहरी तौर पर जो मर्जी कपड़ा पाया जो चोला पाया वो की करूगा, खेड़ तो अंदरों मन दी है। मन नूं साफ करना पैना। सब तो पहला मन साफ होऊगा गुरमंत्र की ताकत दे नाल। मन साफ होएगा, मन बस आवे नानका जे पूर्ण कृपा होए। जे पूर्ण कृपा होवे तो वो सतगुर जी तो बिना कोई पूर्ण कृपा कर नहीं सकता। सो आओ आप एक अद्धा मिनट फिर गुरमंत्र का अभ्यास करके उपरंत जो दिते हुए समय की समाप्ति है जी। अगे गुरमुख प्यारिਆਂ ने होर शब्द गुरु की सच नाम की उस्तत करके आप जी नूं अमृतमई खजाना वरताउणगे। आओ जी फिर एक बार फिर 1-2 मिनट के लिए आप गुरमंत्र का अभ्यास करके मन नूं एक चित करिए, शांति रस वल लैके जाइए। नेत्र बंद करके वाहिगुरू गुरमंत्र का 1-2 मिनट के लिए अभ्यास उपरंत समाप्ति है जी। वाह गुरु 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 वाह गुरु। सारे गुरमुख प्यारे बोल बोल के लोक लज्जा संग शर्म तो ऊपर उठ के गुरु वाह गुरु वाह गुरु वाह गुरु वाह गुरु वाह गुरु वाह गुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤੇਕ। ਸੋ ਇਹਨਾਂ ਮਹਾਵਾਕਾਂ ਦੇ ਅਨੁਸਾਰ ਇਹਨੇ ਬਚਨ ਕਰਦਿਆਂ ਗੁਰਬਾਣੀ ਗੁਰੂ ਦੀ ਉਸਤਤ ਕਰਦਿਆਂ ਅੱਖਰ ਵਾਧੇ ਘਾਟੇ ਦੀ ਭੁੱਲ ਚੁੱਕ ਮੁਆਫ ਕਰਨੀ। ਸਤਿਗੁਰੂ ਜੀ ਦੇ ਹੁਕਮਾਂ ਦੇ ਮੁਤਾਬਕ ਜੋ ਦਿੱਤਾ ਹੋਇਆ ਸਮਾਂ ਸੀਗਾ, ਹੁਕਮਾਂ ਦੀ ਵਡਿਆਈ ਤਾਂ 4 ਯੁੱਗ ਤੱਕ ਨਹੀਂ ਹੋ ਸਕਦੀ, ਪਰ ਜੋ ਵੀ ਸਟੇਜ ਦੇ ਪਾਸੋਂ ਗੁਰਦੁਆਰਾ ਸਾਹਿਬ ਦੇ ਪਾਸੋਂ ਪ੍ਰਬੰਧ ਕੀਤਾ ਗਿਆ ਉਹਨਾਂ ਨਿਯਮਾਂ ਨੂੰ ਦੇਖ ਕੇ ਚੱਲਣਾ ਪੈਂਦਾ। ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬਾਨ ਜੀ ਦਾ, ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬਾਨ, ਮੀਤ ਹੈੱਡ ਗ੍ਰੰਥੀ ਸਾਹਿਬਾਨ ਜੀ ਦਾ,